ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਪਿਆਰੀ ਸਾਧ ਸੰਗਤ ਜੀ, ਆਓ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ। ਇਹ ਇੱਕ ਐਸੀ ਥਾਂ ਹੈ ਜਿੱਥੇ ਸਾਡੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ 29 ਸਾਲ ਬਤੀਤ ਕੀਤੇ ਸਨ। ਤੇ ਉੱਥੋਂ ਦੇ ਇਤਿਹਾਸ ਤੋਂ ਤੁਹਾਨੂੰ ਅੱਜ ਉੱਥੇ ਜਾ ਕੇ ਹੀ ਜਾਣੂ ਕਰਾਉਂਦੇ ਹਾਂ। ਸੋ ਸਾਡੇ ਨਾਲ ਬਣੇ ਰਹੋ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਵਾਹਿਗੁਰੂ ਜੀ। ਡਿਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੇ ਵਸਾਏ 5 ਕਿਲ੍ਹੇ, ਉਹਨਾਂ ਵਿੱਚੋਂ ਇੱਕ ਕਿਲ੍ਹਾ ਕੇਸਗੜ੍ਹ ਸਾਹਿਬ, ਜਿਸ ਨੂੰ ਅਨੰਦਪੁਰ ਸਾਹਿਬ ਦੇ ਨਾਂ ਤੋਂ ਵੀ ਨਵਾਜਿਆ ਜਾਂਦਾ ਹੈ। ਸਤਲੁਜ ਦਰਿਆ ਦਾ ਪਾਣੀ ਜਦੋਂ ਮਾਨ ਸਰੋਵਰ ਤੋਂ ਲੰਘਦਾ ਬਿਲਾਸਪੁਰ ਦੀ ਧਰਤੀ 'ਤੇ ਆਉਂਦਾ ਹੈ। ਬਿਲਾਸਪੁਰ ਉਹ ਰਿਆਸਤ ਹੈ ਜਿੱਥੇ ਦਾ ਰਾਜਾ ਦੀਪ ਚੰਦ ਉਹ ਰਾਜਾ ਹੈ ਜਿਸ ਨੂੰ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਰਾਏ ਜੀ ਨੇ ਛੁਡਵਾਇਆ ਸੀ। ਰਾਜੇ ਦਾ ਗੁਰੂ ਘਰ ਨਾਲ ਅਦਬ ਪ੍ਰੇਮ ਪਿਆਰ ਸੀ। ਰਾਜੇ ਦੀ ਰਾਣੀ ਚੰਪਾ, ਉਹ ਵੀ ਗੁਰੂ ਘਰ ਨੂੰ ਆਪਣਾ ਦੇਣਦਾਰ ਸਮਝਦੀ ਸੀ, ਕਿਉਂਕਿ ਰਾਜੇ ਨੂੰ ਛਡਵਾਉਣ ਦੇ ਕਾਰਨ ਹੀ ਉਹਨਾਂ ਦੀ ਰਿਆਸਤ ਬਚੀ ਸੀ। ਰਾਣੀ ਚੰਪਾ, ਜਿਸ ਦਾ ਗੁਰੂ ਘਰ ਨਾਲ ਬਹੁਤ ਲਗਾਵ ਸੀ, ਪ੍ਰੇਮ ਪਿਆਰ ਸੀ, ਬਹੁਤ ਸੇਵਾ ਸੀ। ਜਦੋਂ ਰਾਜਾ ਦੀਪ ਚੰਦ ਚੜ੍ਹਾਈ ਕਰ ਜਾਂਦੇ ਹਨ, ਅਕਾਲ ਚਲਾਣਾ ਕਰ ਜਾਂਦੇ ਹਨ, ਤਾਂ ਉਹਨਾਂ ਦੀਆਂ ਅੰਤਮ ਰਸਮਾਂ ਤੋਂ ਬਾਅਦ ਰਾਣੀ ਚੰਪਾ ਨੂੰ ਪਤਾ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਸਾਹਿਬ ਨੂੰ ਛੱਡ ਕੇ ਬਾਂਗਰਾ ਦੇਸ਼, ਜਿਸ ਨੂੰ ਅੱਜ ਘਮਕਾਨ ਸਾਹਿਬ ਹਰਿਆਣੇ ਤੋਂ ਸੁਸ਼ੋਭਿਤ ਹੈ, ਉੱਥੇ ਆਪਣਾ ਰਹਿਣ ਬਸੇਰਾ ਜਮਾਉਣ ਲੱਗੇ ਹਨ। ਤਾਂ ਰਾਣੀ ਚੰਪਾ ਜੀ ਦੀ ਅਰਦਾਸ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਕਿ ਗੁਰੂ ਸਾਹਿਬ, ਤੁਸੀਂ ਇਸ ਨਗਰ ਨੂੰ ਛੱਡ ਕੇ ਨਾ ਜਾਓ। ਤੁਹਾਨੂੰ ਜਿੰਨੀ ਜ਼ਮੀਨ ਜਾਇਦਾਦ ਚਾਹੀਦੀ ਹੈ, ਤੁਸੀਂ ਇੱਥੋਂ ਹੀ ਲੈ ਲਵੋ। ਤੁਹਾਨੂੰ ਜੋ ਵੀ ਸਮੱਗਰੀ ਚਾਹੀਦੀ ਹੈ, ਉਹ ਸਭ ਤੁਹਾਨੂੰ ਮਿਲੇਗੀ। ਗੁਰੂ ਸਾਹਿਬ ਅੰਤਰ ਧਿਆਨ ਹੋ ਕੇ ਸੋਚਣ ਲੱਗੇ ਤੇ ਗੁਰੂ ਪਾਤਸ਼ਾਹ ਜੀ ਨੇ ਰਾਣੀ ਚੰਪਾ ਜੀ ਨੂੰ ਆਖਿਆ ਕਿ ਅਸੀਂ ਇੱਥੇ ਟਿਕਾਣਾ ਬਣਾਵਾਂਗੇ, ਪਰ ਅਸੀਂ ਇਹ ਧਰਤੀ ਮੁੱਲ ਖਰੀਦਾਂਗੇ। ਗੁਰੂ ਸਾਹਿਬ ਜੀ ਨੇ ਧਰਤੀ ਦੀ ਚੋਣ ਕਰਦਿਆਂ ਸਤਲੁਜ ਦਰਿਆ ਦੇ ਕਿਨਾਰੇ 'ਤੇ 3 ਪਿੰਡ ਵਸੇ ਹੋਏ ਸਨ। ਪਿੰਡ ਸੰਢੌਰ, ਪਿੰਡ ਸਹੋੜਾ, ਪਿੰਡ ਮੀਆਂਪੁਰ। ਇਹਨਾਂ 3 ਪਿੰਡਾਂ ਨੂੰ ਖਰੀਦਿਆ 500 ਮੋਹਰਾਂ ਬਿਲਾਸਪੁਰ ਦੀ ਰਾਣੀ ਚੰਪਾ ਨੂੰ ਦੇ ਕੇ। ਇਹ 3 ਪਿੰਡ ਖਰੀਦ ਕੇ ਗੁਰੂ ਸਾਹਿਬ ਜੀ ਨੇ ਪਿੰਡ ਸਹੋੜਾ ਵਿੱਚ ਗੁਰੂ ਜੀ ਨੇ ਨੀਂਹ ਰੱਖੀ ਤੇ ਨਗਰ ਦਾ ਨਾਮ ਚੱਕ ਨਾਨਕੀ ਰੱਖਿਆ। ਤੇ ਇਸ ਦੀ ਨੀਂਹ ਬਾਬਾ ਬੁੱਢਾ ਜੀ ਦੇ ਵੰਸ਼ ਚੋਂ ਬਾਬਾ ਗੁਰਦਿੱਤਾ ਜੀ ਤੋਂ ਰਖਵਾਈ ਸੀ। ਇਹ ਜਗ੍ਹਾ ਮਾਖੋਵਾਲ ਨਾਂ ਤੋਂ ਵੀ ਮਸ਼ਹੂਰ ਸੀ। ਅਨੰਦਪੁਰ ਦੀ ਧਰਤੀ 'ਤੇ ਹੀ ਜਦੋਂ ਗੁਰੂ ਤੇਗ ਬਹਾਦਰ ਜੀ ਅਸਾਮ ਦੌਰੇ ਤੋਂ ਵਾਪਸ ਪਰਤਦੇ ਹਨ, ਤਾਂ ਉਹਨਾਂ ਦੇ ਸਪੁੱਤਰ ਗੋਬਿੰਦ ਰਾਏ ਜੀ ਦਾ ਆਪਣੇ ਪਿਤਾ ਨਾਲ, ਆਪਣੇ ਗੁਰੂ ਨਾਲ ਮਿਲਾਪ ਹੁੰਦਾ ਹੈ। ਗੋਬਿੰਦ ਰਾਏ ਜੀ ਬਹੁਤ ਖੁਸ਼ ਹੋ ਕੇ ਆਨੰਦ ਸਾਹਿਬ ਦੀਆਂ ਪੌੜੀਆਂ ਦਾ ਜਾਪ ਕਰਕੇ ਗੁਰੂ ਸਾਹਿਬ ਜੀ ਨੂੰ ਮਿਲਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਸੇ ਅਸਥਾਨ 'ਤੇ ਕਸ਼ਮੀਰੀ ਪੰਡਤ ਆਏ ਸਨ। ਗੁਰੂ ਸਾਹਿਬ ਜੀ ਨੂੰ ਪੰਡਤਾਂ ਨੇ ਅਰਦਾਸ ਕਰੀ ਕਿ ਗੁਰੂ ਸਾਹਿਬ, ਔਰੰਗਜ਼ੇਬ ਸਾਡੇ ਧਰਮ ਨੂੰ ਖਤਮ ਕਰਨ 'ਤੇ ਤੁਰਿਆ ਹੋਇਆ ਹੈ। ਸਾਡੀ ਪਾਠ ਪੂਜਾ, ਸਾਡੇ
ਜੰਝੂ ਸਾਡੇ ਤਿਲਕ ਔਰੰਗਜ਼ੇਬ ਖਤਮ ਕਰ ਰਿਹਾ ਹੈ। ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਪਾਤਸ਼ਾਹ। ਗੁਰੂ ਸਾਹਿਬ ਜੀ ਨੇ ਪੰਡਤਾਂ ਦੀ ਫਰਿਆਦ ਸੁਣ ਕੇ ਦਿੱਲੀ ਕੂਚ ਕਰਨ ਦਾ ਫੈਸਲਾ ਕਰਿਆ। ਦਿੱਲੀ ਔਰੰਗਜ਼ੇਬ ਨੂੰ ਝੰਜੋੜਨ ਵਾਸਤੇ ਕਿ ਜੋ ਕੁਝ ਵੀ ਤੂੰ ਕਰ ਰਿਹਾ ਹੈ ਇਹ ਨਾ ਤਾਂ ਸੱਚੇ ਮੁਸਲਮਾਨ ਦਾ ਧਰਮ ਹੈ ਤੇ ਨਾ ਹੀ ਕੁਰਾਨ ਤੇ ਇਸਲਾਮ ਇਸ ਚੀਜ਼ ਦੀ ਆਗਿਆ ਦਿੰਦਾ ਹੈ ਕਿ ਤੁਸੀਂ ਕਿਸੇ ਦੇ ਧਰਮ ਨੂੰ ਜਬਰਨ ਬਦਲੋ। ਔਰੰਗਜ਼ੇਬ ਸਿਰਫ ਇਸਲਾਮ ਨੂੰ ਹੀ ਵੱਧਦਾ ਦੇਖਣਾ ਚਾਹੁੰਦਾ ਸੀ। ਪੰਡਤਾਂ ਦੀ ਫਰਿਆਦ ਸਦਕਾ ਗੁਰੂ ਸਾਹਿਬ ਜੀ ਤੇ ਉਹਨਾਂ ਦੇ ਸਿੰਘਾਂ ਨੇ ਚਾਂਦਨੀ ਚੌਕ ਵਿੱਚ ਸ਼ਹਾਦਤ ਦਿੱਤੀ ਤੇ ਪੂਰੀ ਸ੍ਰਿਸ਼ਟੀ ਨੂੰ ਚਾਦਰ ਵਾਂਗ ਢੱਕ ਲਿਆ। ਹਿੰਦੂ ਧਰਮ ਦੀ ਰੱਖਿਆ ਕੀਤੀ ਤੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲੈ ਕੇ ਆਉਂਦੇ ਹਨ। ਗੁਰੂ ਗੋਬਿੰਦ ਰਾਏ ਜੀ ਦੇ ਝੋਲੀ ਵਿੱਚ ਪਾਉਂਦੇ ਹਨ। ਗੁਰੂ ਗੋਬਿੰਦ ਰਾਏ ਜੀ ਗਲਵੱਕੜੀ ਲੈ ਕੇ ਭਾਈ ਜੈਤਾ ਜੀ ਨੂੰ ਰੰਗਰੇਟੇ ਗੁਰੂ ਕੇ ਬੇਟੇ ਖਿਤਾਬ ਦਿੰਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਉਹੀ ਅਸਥਾਨ ਹੈ ਜਿੱਥੇ 3 ਸਾਹਿਬਜ਼ਾਦਿਆਂ ਦਾ ਜਨਮ ਹੋਇਆ ਹੈ। ਬਾਬਾ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ ਵਿੱਚ ਹੋਇਆ ਹੈ। ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹਨਾਂ 3 ਸਾਹਿਬਜ਼ਾਦਿਆਂ ਦਾ ਜਨਮ ਇਸੇ ਹੀ ਪਾਵਨ ਧਰਤੀ ਅਨੰਦਪੁਰ ਧਰਤੀ ਗੁਰੂ ਕੇ ਮਹਿਲ ਵਿੱਚ ਹੋਇਆ ਹੈ। ਸਾਹਿਬਜ਼ਾਦੇ ਇਸੇ ਹੀ ਅਸਥਾਨ 'ਤੇ ਖੇਡਿਆ ਕਰਦੇ ਸਨ, ਗੱਤਕਾ ਕਰਿਆ ਕਰਦੇ ਸਨ ਤੇ ਆਪਣੀ ਵਿੱਦਿਆ ਅਧਿਐਨ ਕਰਿਆ ਕਰਦੇ ਸਨ। ਗੁਰੂ ਪਿਆਰੀ ਸਾਧ ਸੰਗਤ ਜੀ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਦੀ ਧਰਤੀ ਇਸੇ ਹੀ ਸਥਾਨ 'ਤੇ ਗੁਰੂ ਪਾਤਸ਼ਾਹ ਜੀ ਅਗਾਹਾਂ ਦੇ ਸਮੇਂ ਨੂੰ ਦੇਖਦਿਆਂ ਖਾਲਸਾ ਸਾਜਿਆ ਗਿਆ ਸੀ। ਕਈ ਨਗਰਾਂ ਵਿੱਚ ਸੁਨੇਹੇ ਭੇਜੇ ਗਏ ਸਨ ਕਿ ਖਾਲਸਾ ਦਿਵਸ ਹੈ ਭਾਈ, ਸਾਧ ਸੰਗਤ ਜੀ ਹੁਮ ਆ ਕੇ ਪਹੁੰਚੋ। ਗੁਰੂ ਸਾਹਿਬ ਦੇ ਬੁਲਾਵੇ 'ਤੇ ਲੱਖਾਂ ਦੀ ਗਿਣਤੀ ਦਾ ਇਕੱਠ ਹੋਇਆ ਤੇ ਗੁਰੂ ਸਾਹਿਬ ਨੇ ਆਪਣੀ ਰਸਮਾਂ ਅਨੁਸਾਰ 5 ਪਿਆਰਿਆਂ ਨੂੰ ਖੰਡੇ ਦੀ ਪੌਲ ਛਕਾਇਆ ਤੇ ਫਿਰ ਆਪ ਉਹਨਾਂ ਤੋਂ ਪੌਲ ਛਕੀ। ਅੰਮ੍ਰਿਤਧਾਰੀ ਹੋਣ ਦੇ ਨਿਯਮ ਵੀ ਦੱਸੇ ਤੇ ਅੰਮ੍ਰਿਤਧਾਰੀ ਲਿਬਾਸ ਵੀ ਬਖਸ਼ਿਆ। ਸਾਧ ਸੰਗਤ ਜੀ, ਇੱਥੇ ਹੀ ਗੁਰੂ ਸਾਹਿਬ ਜੀ ਨੇ ਆਪਣੀ ਲਾਡਲੀ ਫੌਜ ਤਿਆਰ ਕੀਤੀ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਹਰ ਸਿੱਖ ਨੂੰ ਮਾਣ ਹੁੰਦਾ ਹੈ ਕਿ ਅਸੀਂ ਉਸ ਗੁਰੂ ਦੇ ਸਿੱਖ ਹਾਂ, ਪੁੱਤਰ ਹਾਂ, ਜਿਸ ਨੇ ਸਾਡੇ ਲਈ ਸਰਬੰਸ ਵਾਰਿਆ, ਜਿਸ ਨੇ ਸਾਡੇ ਲਈ ਸਾਹਿਬਜ਼ਾਦੇ ਬਾਰੇ, ਆਪਣੇ ਜਿਗਰ ਦੇ ਟੁਕੜੇ ਬਾਰੇ ਆਪਣਾ ਆਪ ਵਾਰਿਆ, ਆਪਣਾ ਤਖਤੋ ਤਾਜ ਵਾਰਿਆ। ਨਾ ਮਹਿਲ ਰੱਖੇ, ਨਾ ਮਹਿਲ ਮੁਨਾਰੇ ਰੱਖੇ, ਰੱਖੀ ਤਾਂ ਸਿਰਫ ਰਹਿਤ ਰੱਖੀ, ਖਾਲਸਾ ਰੱਖਿਆ ਤੇ ਆਪਣਾ ਸਿੱਖ ਨੂੰ ਪਿਆਰਾ ਰੱਖਿਆ। ਗੁਰੂ ਸਾਹਿਬ ਜੀ
ਬਹੁਤ ਹੀ ਪ੍ਰੇਮ ਕਰਿਆ ਕਰਦੇ ਸਨ ਆਪਣੇ ਖਾਲਸੇ ਨਾਲ। ਪਿਆਰੀ ਸਾਧ ਸੰਗਤ ਜੀ, ਇੱਥੇ ਹੀ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਅਕਸਰ ਆਪਾਂ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਹਾਂ, ਇਤਿਹਾਸ ਨੂੰ ਦੇਖਦੇ ਹਾਂ, ਬੜੇ ਹੀ ਸ਼ਰਧਾ ਨਾਲ ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ ਅਤੇ ਲੰਗਰ ਛਕ ਕੇ ਘਰੇ ਆ ਜਾਂਦੇ ਹਾਂ। ਖਾਲਸਾ ਜੀ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਸਮਾਂ ਕੱਢ ਕੇ ਅਸੀਂ ਉਸ ਸਥਾਨ 'ਤੇ ਬੈਠ ਕੇ ਉਸ ਸਮੇਂ ਨੂੰ ਵਿਚਾਰੀਏ, ਉਸ ਸਮੇਂ ਨੂੰ ਦੇਖੀਏ ਜਦੋਂ ਗੁਰੂ ਸਾਹਿਬ ਜੀ ਆਪ ਖਾਲਸੇ ਵਿੱਚ ਵਿਚਰਦੇ ਸਨ, ਗੁਰੂ ਕੇ ਸਾਹਿਬਜ਼ਾਦੇ ਵਿਚਰਦੇ ਸਨ, ਮਾਤਾ ਗੁਜਰ ਕੌਰ ਜੀ ਵਿਚਰਦੇ ਸਨ। ਗੁਰੂ ਕਾ ਖਾਲਸਾ ਇੱਥੇ ਗੱਤਕਾ ਕਰਿਆ ਕਰਦਾ ਸੀ। ਇਹੀ ਸਥਾਨ 'ਤੇ ਸਾਹਿਬਜ਼ਾਦੇ ਖੇਡਿਆ ਕਰਦੇ ਸਨ, ਘੋੜ ਸਵਾਰੀ ਸਿੱਖਦੇ ਸਨ, ਸ਼ਸਤਰ ਵਿੱਦਿਆ ਸਿੱਖਦੇ ਸਨ। ਇੱਥੇ ਹੀ ਕਿਲਕਾਰੀਆਂ ਕੂਕਦੀਆਂ ਸਨ। ਇਸ ਚੀਜ਼ ਨੂੰ ਆਪਣੇ ਅੰਦਰ ਲੈ ਕੇ ਦੇਖੋ ਵਾਹਿਗੁਰੂ ਜੀ, ਤੁਹਾਡੇ ਮਨ ਨੂੰ ਬਹੁਤ ਸ਼ਾਂਤੀ ਆਵੇਗੀ। ਬਾਕੀ ਭੁੱਲਾਂ ਚੁੱਕਾਂ ਦੀ ਖਿਮਾ। ਅਤੇ ਇੱਥੇ ਹੀ ਮੈਂ ਆਪ ਜੀ ਨੂੰ ਦੱਸਦਾ ਹਾਂ ਕਿ ਸਾਡੇ ਆਉਣ ਵਾਲੀ ਵੀਡੀਓ ਗੁਰੂ ਸਾਹਿਬ ਦੇ ਹੱਥੀਂ ਖੜ੍ਹੇ ਕੀਤੇ 5 ਕਿਲ੍ਹਿਆਂ 'ਤੇ ਆਉਣੀ ਹੈ। ਇਹ ਕਿਲ੍ਹੇ ਅਨੰਦਪੁਰ ਸਾਹਿਬ ਵਿੱਚ ਹੀ ਸੁਸ਼ੋਭਿਤ ਹਨ। ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵਾਹਿਗੁਰੂ ਜੀ। ਲਾਈਕ ਕਰਿਓ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ, ਅਤੇ ਆਪਣੇ ਕੀਮਤੀ ਕਮੈਂਟਾਂ ਵਿੱਚੋਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਕਿਸ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਚਾਹੀਦੀ ਹੈ, ਕਿਸ ਗੁਰੂ ਧਾਮ ਦੀ ਚਾਹੀਦੀ ਹੈ। ਅਸੀਂ ਉਸੇ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਤੁਹਾਨੂੰ ਕਰਾਵਾਂਗੇ। ਤੁਹਾਡੇ ਪਿਆਰ ਸਦਕਾ ਹੀ ਸਾਡੇ ਹੌਸਲੇ ਬੁਲੰਦ ਹਨ। ਅਤੇ ਇੱਥੇ ਹੀ ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ।